ਉਹ ਭੁੱਖੇ ਭੇੜੀਆਂ ਨੂੰ ਅਗਰ ਬੱਕਰੀਆਂ ਦੀ ਇੱਜੜ ਦੇ ਵਿੱਚ ਛੱਡ ਦਿੱਤਾ ਜਾਵੇ ਨਾ ਤੇ ਉਹ ਵੀ ਇਤਨਾ ਨੁਕਸਾਨ ਨਹੀਂ ਕਰਦੇ ਜਿਤਨਾ ਇਨਸਾਨ ਆਪਣੀ ਇਨਸਾਨੀਅਤ ਤੋਂ ਗਿਰਨ ਤੋਂ ਬਾਅਦ ਕਰਦਾ। ਇਹ ਇੰਡੀਆ ਦੇ ਇਲਾਕੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਾਕਿਆ ਰੂਨਮਾ ਹੋਇਆ ਜਿਹਨੂੰ ਦੇਖ ਕੇ ਇਨਸਾਨ ਦੀ ਰੂਹ ਕੰਬ ਜਾਂਦੀ ਕਿ ਕੋਈ ਇਨਸਾਨ ਇਤਨਾ ਬੇਦਰਦ ਤੇ ਇਤਨਾ ਦਰਿੰਦਾ ਸਿਫਤ ਹੋ ਸਕਦਾ। ਮੈਂ ਕਮਿਊਨਿਟੀ ਗਾਈਡਲਾਈਨ ਦੀ ਵਜ੍ਹਾ ਦੇ ਨਾਲ ਨਾ ਇਸ ਵੀਡੀਓ ਨੂੰ ਥੋੜਾ ਜਿਹਾ ਬਲਰ ਕਰ ਰਿਹਾ ਵਾਂ। ਇਸ ਵਾਕਿਏ ਦੀ ਨੌਈਅਤ ਥੋੜੀ ਤੁਹਾਨੂੰ ਮੈਂ ਬਿਆਨ ਕਰ ਦਿੰਦਾ। ਇਸ ਬੰਦੇ ਨੇ ਬੱਚੇ ਨੂੰ ਲੈ ਕੇ ਆਂਦਾ ਵਾ, ਉਹਨੂੰ ਲਿਆ ਕੇ ਜ਼ਮੀਨ ਤੇ ਮਾਰਿਆ, ਜਿਹਦੇ ਮਾਰਨੇ ਦੀ ਵਜ੍ਹਾ ਨਾਲ ਬੱਚਾ ਰੋਣ ਲੱਗਿਆ। ਦੂਸਰੀ ਮਰਤਬਾ ਇਹਨੇ ਉਹਦੀਆਂ ਲੱਤਾਂ ਤੋਂ ਫੜ ਕੇ ਜ਼ਮੀਨ ਦੇ ਉੱਤੇ ਇਸ ਤਰ੍ਹਾਂ ਮਾਰਿਆ ਜਿਸ ਤਰ੍ਹਾਂ ਧੋਬੀ ਕੱਪੜੇ ਨੂੰ ਧੋਂਦਾ। ਇਤਨੀ ਜ਼ੋਰ ਨਾਲ ਮਾਰਿਆ ਕਿ ਅਗਰ ਧੋਬੀ ਵੀ ਕੱਪੜੇ ਨੂੰ ਮਾਰੇ ਨਾ ਤਾਂ ਕੱਪੜਾ ਪਾੜ ਜਾਵੇ। ਇਤਨੀ ਜ਼ੋਰ ਦੇ ਨਾਲ ਇਸ ਬੱਚੇ ਨੂੰ ਇਹਨੇ ਜ਼ਮੀਨ ਦੇ ਉੱਤੇ ਪਟਕਿਆ। ਬੱਚੇ ਨੂੰ ਜ਼ਮੀਨ ਦੇ ਉੱਤੇ ਪਟਕਣ ਦੀ ਵਜ੍ਹਾ ਦੇ ਨਾਲ ਜਦੋਂ ਇਰਦ ਗਿਰਦ ਦੇ ਲੋਕਾਂ ਨੂੰ ਆਵਾਜ਼ ਸੁਣੀ ਤੇ ਉਹ ਕੁਝ ਲੋਕ ਬਾਹਰ ਆ ਕੇ ਦੇਖਿਆ। ਉਹਨਾਂ ਨੇ ਜਦੋਂ ਦੇਖਿਆ ਤੇ ਇਹਨੇ ਉਸ ਬੱਚੇ ਨੂੰ ਚੱਕਿਆ, ਆਪਣੇ ਗਲਮੇ ਨਾਲ ਲਾਇਆ ਤੇ ਲੈ ਕੇ ਚਲਾ ਗਿਆ। ਜਦੋਂ ਇਸ ਵਾਕਿਏ ਦੀ ਤਹਿਕੀਕਾਤ ਕੀਤੀ ਗਈ ਤੇ ਔਰਤ ਕੋਲੋਂ ਇਹ ਬਿਆਨ ਪੁੱਛੇ ਗਏ ਕਿ ਆਖਰ ਇਹ ਕੀ ਵਜ੍ਹਾ ਹੋਈ। ਉਸ ਔਰਤ ਨੇ ਕਿਹਾ ਕਿ ਮੇਰੇ ਸਹੁਰੇ ਜਿਹੜੇ ਹੈਗੇ ਸੀ ਮੈਨੂੰ ਮਾਰਦੇ ਕੁੱਟਦੇ ਸੀ, ਉਸ ਵਜ੍ਹਾ ਦੇ ਨਾਲ ਜਿਹੜਾ ਹੈਗਾ ਮੈਂ ਰੁੱਸ ਕੇ ਇਸ ਘਰ ਦੇ ਵਿੱਚ ਆਈ ਹੋਈ ਸੀਗੀ ਆਪਣੇ ਮਾਪਿਆਂ ਦੇ। ਉੱਥੇ ਨਾ ਇਸ ਬੰਦੇ ਦੇ ਨਾਲ ਮੇਰਾ ਫੋਨ ਦੇ ਉੱਤੇ ਰਾਬਤਾ ਸੀਗਾ। ਇਹ ਰਾਬਤੇ ਦੀ ਵਜ੍ਹਾ ਦੇ ਨਾਲ ਮੇਰੇ ਘਰੇ ਆਇਆ, ਆ ਕੇ ਮੈਨੂੰ ਕਹਿਣ ਲੱਗਾ ਵੀ ਬੱਚੇ ਨੂੰ ਮੈਂ ਲੋਲੀਪੌਪ ਲੈ ਕੇ ਆਉਣਾ। ਜਦੋਂ ਇਹ ਬੱਚੇ ਨੂੰ ਲੈ ਕੇ ਗਿਆ ਉਸ ਤੋਂ ਬਾਅਦ ਦਾ ਜਿਹੜਾ ਵਾਕਿਆ ਤੁਹਾਡੇ ਸਾਹਮਣੇ ਸੀਗਾ। ਤੇ ਅਗਰ ਉਸ ਬੰਦੇ ਨੂੰ ਪੁੱਛਿਆ ਗਿਆ ਵੀ ਇਹ ਵਾਕਿਆ ਕੀ ਹੋਇਆ, ਤੂੰ ਕਿਉਂ ਉਸ ਬੱਚੇ ਨੂੰ ਮਾਰਿਆ, ਤੇ ਅੱਗੇ ਉਹ ਕਹਿਣ ਲੱਗਾ ਜਾ ਕੇ ਉਸ ਔਰਤ ਨੂੰ ਪੁੱਛੋ। ਮਤਲਬ ਕਿ ਇਹਨਾਂ ਦੇ ਆਪਸ ਦੇ ਵਿੱਚ ਕੋਈ ਤਲਕਾਤ ਸੀਗੇ ਜਿਹਦੇ ਦਰਮਿਆਨ ਦੇ ਵਿੱਚ ਇਹ ਬੱਚਾ ਹਾਇਲ ਹੋ ਰਿਹਾ ਸੀ, ਜਿਹਦੀ ਵਜ੍ਹਾ ਦੇ ਨਾਲ ਇਹਨਾਂ ਨੂੰ ਇਹ ਪਰੇਸ਼ਾਨੀ ਬਣ ਰਹੀ ਸੀ। ਉਸ ਬੱਚੇ ਨੂੰ ਖਤਮ ਕਰਨੇ ਦੇ ਵਾਸਤੇ ਇਹਨਾਂ ਨੇ ਇਹ ਤਰੀਕਾ ਅਪਣਾਇਆ। ਤੇ ਇਸ ਵਾਕਿਏ ਦੀ ਇਤਨੀ ਜ਼ਿਆਦਾ ਮੁਜ਼ੰਮਤ ਕੀਤੀ ਗਈ ਇੰਡੀਆ ਦੀ ਆਵਾਮ ਦੀ ਤਰਫੋਂ ਕਿ ਪੁਲਿਸ ਵਾਲਿਆਂ ਨੂੰ ਇਹਦਾ ਇਨਕਾਊਂਟਰ ਕਰਨਾ ਪਿਆ। ਤੇ ਇਹ ਦੇਖੋ ਹੁਣ ਇਹ ਪਾਣੀ ਮੰਗ ਰਿਹਾ ਤੇ ਚਲਾ ਰਿਹਾ ਕਿ ਯਾਰ ਮੈਨੂੰ ਪਾਣੀ ਦਿਓ। ਤੁਸੀਂ ਅੰਦਾਜ਼ਾ ਲਾ ਲਓ ਕੋਈ ਇਨਸਾਨ ਆਪਣੀ ਖੁਆਇਸ਼ਾਤ, ਆਪਣੀ ਤਮੰਨਾ, ਆਪਣੀ ਹਵਸ ਨੂੰ ਪੂਰਾ ਕਰਨ ਦੀ ਖਾਤਰ ਇਤਨਾ ਵੀ ਕੋਈ ਗਿਰ ਸਕਦਾ ਕਦੀ ਸੋਚਿਆ ਨਹੀਂ ਗਿਆ ਸੀ। ਇਹ ਪਿਛਲੇ ਦਿਨਾਂ ਜਦ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਵਾਕਿਆ ਸੁਣਿਆ ਹੋਣਾ ਕਿ ਕੋਈ ਔਰਤ ਜਿਹੜੀ ਸੀਗੀ ਆਪਣੇ ਆਸ਼ਨਾ ਦੀ ਖਾਤਰ ਉਹਨੇ ਆਪਣੇ 3 ਬੱਚਿਆਂ ਦਾ ਕਤਲ ਕਰ ਦਿੱਤਾ। ਉਸ ਤੋਂ ਬਾਅਦ ਆਪਣੇ ਆਸ਼ਨਾ ਦੇ ਨਾਲ ਫਰਾਰ ਹੋਣਾ ਚਾਹੁੰਦੀ ਸੀ। ਅਜੀਬ ਹੈਰਾਨਕੁਨ ਮਾਮਲਾਤ ਆ ਕਿ ਜਿਹਨੂੰ ਦੇਖ ਕੇ ਇਨਸਾਨ ਆਪਣਾ ਸਿਰ ਪਕੜਨ ਤੇ ਮਜਬੂਰ ਹੋ ਜਾਂਦਾ ਕਿ ਮਾਵਾਂ ਇਤਨੀਆਂ ਬੇਰਹਿਮ ਤੇ ਬੇਦਰਦ ਹੋ ਜਾਣਗੀਆਂ ਅਫਸਾਨੀ ਹਵਸ ਨੂੰ ਪੂਰਾ ਕਰਨ ਦੀ ਖਾਤਰ ਇਸ ਕਦਰ ਗਿਰ ਜਾਣਗੀਆਂ। ਤੇ ਫਿਰ ਇਨਸਾਨ ਕਿਸ ਰਿਸ਼ਤੇ ਦੇ ਉੱਤੇ ਇਤਬਾਰ ਕਰੇ। ਦੁਨੀਆ ਦੇ ਕਿਸੇ ਵੀ ਖਿੱਤੇ ਦੇ ਉੱਤੋਂ ਇਸ ਤਰ੍ਹਾਂ ਦੇ ਵਾਕਿਆਤ ਰੂਨਮਾ ਨਹੀਂ ਹੋ ਰਹੇ, ਲੇਕਿਨ ਬਰਰੇ ਸਗੀਰ ਪਾਕੋ ਹਿੰਦ ਦੇ ਵਿੱਚ ਹੀ ਜਿਹੜੇ ਇਸ ਤਰ੍ਹਾਂ ਦੇ ਮਾਮਲਾਤ ਨਜ਼ਰ ਆਉਂਦੇ ਆ ਜਿਹਦੇ ਵਿੱਚ ਇਨਸਾਨ ਆਪਣੀ ਹਿਰਸ ਤੇ ਆਪਣੇ ਤਮਾ, ਆਪਣੇ ਖੁਆਹਿਸ਼ ਦੀ ਖਾਤਰ ਇਤਨਾ ਗਿਰ ਜਾਂਦਾ ਕਿ ਉਹ ਇਨਸਾਨ ਕੁਝ ਵੀ ਕਰ ਗੁਜ਼ਰਦਾ। ਇਹ ਬਰਰੇ ਸਗੀਰ ਪਾਕੋ ਹਿੰਦ ਦੀ ਪਤਾ ਨਹੀਂ ਮਿੱਟੀ ਕੋਈ ਇਸ ਤਰ੍ਹਾਂ ਦੀ ਆ ਜਾਂ ਇਹਦਾ ਖੂਨ ਹੀ ਕੁਝ ਇਸ ਤਰ੍ਹਾਂ ਦਾ ਵਾ ਕਿ ਜਿਹਦੇ ਵਿੱਚ ਇਨਸਾਨ ਇਤਨਾ ਬੇਦਰਦ ਹੋ ਜਾਂਦਾ ਕਿ ਆਪਣੇ ਮਾਂ-ਬਾਪ, ਆਪਣੇ ਭੈਣ ਭਰਾ, ਆਪਣੇ ਰਿਸ਼ਤਿਆਂ ਨੂੰ ਵੀ ਭੁੱਲ ਬੈਠਦਾ। ਇਹ ਹਿਸਟਰੀ ਅੱਜ ਦੀ ਇਸ ਤਰ੍ਹਾਂ ਨਹੀਂ ਹੈਗੀ। ਅਗਰ ਬਰਰੇ ਸਗੀਰ ਪਾਕੋ ਹਿੰਦ ਦੀ ਹਿਸਟਰੀ ਖੋਲ ਕੇ ਦੇਖੀਏ ਤੇ ਸਾਨੂੰ ਸ਼ਾਹਜਹਾਨ ਦੀ ਹਿਸਟਰੀ ਮਿਲਦੀ ਆ ਜਿਹਦੇ ਵਿੱਚ ਉਹਦੇ ਬੇਟੇ ਨੇ ਤਖਤੋ ਤਾਜ ਦੇ ਤਮਾ ਦੇ ਲਾਲਚ ਦੇ ਵਿੱਚ ਇਤਨਾ ਅੰਧਾ ਹੋ ਗਿਆ ਕਿ ਉਹਨੇ ਆਪਣੇ ਬਾਪ ਨੂੰ ਹੀ ਜੇਲ੍ਹ ਦੇ ਵਿੱਚ ਕੈਦ ਕਰਵਾ ਦਿੱਤਾ। ਬਾਪ ਨੇ ਆਪਣੇ ਬੇਟੇ ਨੂੰ ਇਹ ਵਸੀਅਤ ਕੀਤੀ ਕਿ ਯਾਰ ਜਿਹੜਾ ਦੂਸਰਾ ਤੇਰਾ ਭਰਾ ਹੈਗਾ ਨਾ ਉਹਨੂੰ ਇਹ ਬਾਦਸ਼ਾਹ ਤੇ ਤੇਰੀ ਸਿਆਸਤ ਦੇ ਨਾਲ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਅੱਲਾ ਲੋਕ ਦਰਵੇਸ਼ ਬੰਦਾ ਵਾ, ਤੂੰ ਉਹਨੂੰ ਕੁਛ ਨਾ ਕਰੀ। ਤੇ ਦੁਪਹਿਰ ਦੇ ਖਾਣੇ ਦੇ ਵਿੱਚ ਉਹ ਸ਼ਾਹਜਹਾਨ ਦੇ ਬੇਟੇ ਨੇ ਆਪਣੇ ਦੂਸਰੇ ਭਰਾ ਦਾ ਸਿਰ ਲਾ ਕੇ ਤੋਹਫੇ ਦੇ ਵਿੱਚ ਪੇਸ਼ ਕੀਤਾ ਸੀ ਕਿ ਆਲਾ ਫੜ। ਤੁਸੀਂ ਅੰਦਾਜ਼ਾ ਲਾ ਲਓ ਇਤਨਾ ਬੇਦਰਦ ਤੇ ਇਤਨਾ ਬੇਰਹਿਮ ਇਸ ਇਲਾਕੇ ਦੀ ਹਿਸਟਰੀ ਆ। ਪਤਾ ਨਹੀਂ ਸਾਡੇ ਖੂਨ ਦੇ ਵਿੱਚ ਇਹ ਚੀਜ਼ ਸ਼ਾਮਲ ਆ ਜਾਂ ਸਾਡੇ ਪਾਣੀ ਦੇ ਵਿੱਚ ਕੋਈ ਚੀਜ਼ ਸ਼ਾਮਲ ਆ, ਪਤਾ ਨਹੀਂ। ਬਹਰਹਾਲ ਲੇਕਿਨ ਇਨਸਾਨ ਇਤਨਾ ਗਿਰ ਜਾਏਗਾ ਕਦੀ ਸੋਚਿਆ ਵੀ ਨਹੀਂ ਗਿਆ ਸੀ।